ਹਾਸ਼ਰ ਕਹਿੰਦੇ ਬਰਗਾੜੀ ਵਰਗਾ ਹੋਏਗਾ ਇਸ ਮੋਰਚੇ ਦਾ। ਪਹਿਲਾ ਤਾਂ ਇਹ ਸਵਾਲ ਹੈ, ਦੂਸਰਾ ਨਾਲ ਹੀ ਉਹ ਕਹਿ ਰਹੇ ਨੇ ਕਿ ਪਾਟੋ ਤਾੜ ਹੋ ਗਈ ਆਗੂਆਂ ਦੇ ਵਿੱਚ। ਹਾਸ਼ਰ ਵਾਲੀ ਗੱਲ ਸੱਚੀ ਹੈ ਕਿ ਪਾਟੋ ਤਾੜ ਵਾਲੀ ਸੱਚੀ ਹੈ? ਮੈਂ ਤੁਹਾਨੂੰ ਦੱਸਿਆ ਨਾ ਵੀ ਕਈ ਵਾਰ ਸਾਡੇ ਕੋਲ ਇੰਨਾ ਤਜਰਬਾ ਨਹੀਂ ਹੁੰਦਾ। ਇਹ ਸਿਆਸੀ ਹੈ ਸਾਰੀ ਗੱਲ, ਖਬਰ ਜਿਹੜੀ ਸਿਆਸੀ ਹੈ। ਹੁਣ ਸਾਡੇ ਵਿੱਚ ਕੋਈ ਸਿਆਸੀ ਬੰਦਾ ਨਹੀਂ ਹੈਗਾ, ਅੰਦਰੋਂ ਸਾਰੇ ਇੱਕ ਆ। ਮੂੰਹ ਤੋਂ ਕਈ ਵਾਰ ਹੋ ਜਾਂਦਾ, ਹੋ ਗਿਆ, ਹੋ ਸਕਦਾ। ਇਹਦੇ ਵਿੱਚ ਕੌਣ ਲੋਕ ਨੇ ਜਿਹੜੇ ਐਸਜੀਪੀਸੀ ਨਾਲ ਅੰਦਰ ਖਾਤੇ ਰਲ ਗਏ ਨੇ, ਮਿਲ ਗਏ ਨੇ, ਔਰ ਇਹ ਜਿਹੜਾ ਕੰਮ ਹੈ ਨਾ ਮੋਰਚੇ ਦਾ, ਇਹਨੂੰ ਢਾਹ ਲਾ ਰਹੇ ਨੇ? ਐਮਰਜੈਂਸੀ ਵਾਰਡ ਵਿੱਚ ਮਰੀਜ਼ ਹੁੰਦਾ ਨਾ, ਉੱਥੇ ਫਿਰ ਸੀਨੀਅਰ ਡਾਕਟਰ ਨੂੰ ਕਈ ਵਾਰ ਨਹੀਂ ਪੁੱਛਣਾ ਪੈਂਦਾ, ਟੀਕਾ ਆਪ ਹੀ ਲਾ ਦੇਣਾ ਪੈਂਦਾ ਨਾੜ 'ਚ। ਉਹ ਜਿੰਦਾ ਟੀਕਾ ਹੀ ਸੀ, ਉਹਨੂੰ ਲਾਇਆ। ਫਿਰ ਸ਼੍ਰੋਮਣੀ ਕਮੇਟੀ ਦੇ ਗੇਟ ਨਾਲੋਂ ਜਿੰਦਾ ਖੁਲਵਾਉਣ ਦੀ ਗੱਲ ਨਹੀਂ ਕਰਕੇ ਆਇਆ ਹੋਊਗਾ ਜਿਹਨੇ ਵੀ ਕੀਤੀ ਹੋਊਗੀ। ਮੈਨੂੰ ਲੱਗਦਾ 7 ਮੈਂਬਰੀ ਜੋਤ ਨਹੀਂ ਕੀਤੀ ਹੈਗੀ। ਇਸ ਕਰਕੇ ਮੈਂ ਇੰਨਾ ਕੁ ਚਲੋ ਕੀਤਾ ਕਿ ਹੁਣ ਇਹਨੂੰ ਜਿਹੜਾ ਇਹ ਜਿੰਦਾ ਆ, ਇਹ ਲੱਗਿਆ ਆ। ਇੰਨਾ ਜ਼ਰੂਰ ਮੈਨੂੰ ਪਤਾ ਲੱਗਾ ਸੀ ਕਿ ਜਿੰਦਰਾ ਜਿਹੜਾ ਉਹ ਵੱਢ ਦਿੱਤਾ ਗਿਆ ਆ। ਜੇ ਹੁਣ ਇਹ ਕਿਤੇ ਵੱਢਣਗੇ ਛੈਣੀ ਖੂਣੀ ਨਾਲ ਜਾਂ ਕੁਛ ਕਰਨਗੇ ਤੇ ਤੁਹਾਨੂੰ ਅਸੀਂ ਪਕੜਾਂਗੇ, ਕਿਉਂਕਿ ਅਸੀਂ ਤਾਂ ਇਹਨਾਂ ਨੂੰ ਰੋਕਣਾ ਨਹੀਂ ਹੈਗਾ। ਅਸੀਂ ਮਿੱਟੀ ਦੀ ਡਲੀ ਨਹੀਂ ਮਾਰਨੀ, ਤੇ ਜਾਂ ਫਿਰ ਅਸੀਂ ਸੰਗਲਾਂ ਦਾ ਢੇਰ ਲਾ ਲੈਣਾ, ਇਹ ਵੱਢੀ ਚੱਲਿਆ ਕਰਨ, ਅਸੀਂ ਲਾਈ ਜਾਣਾ, ਪਰ ਅਸੀਂ ਬੂਹਾ ਨਹੀਂ ਖੋਲ੍ਹਣ। ਹੁਣ ਉਹਨਾਂ ਨੇ ਕਿਹਾ ਵੀ ਸ਼ਬਦ, ਮਤਲਬ ਉਹਨਾਂ ਦਾ ਸੀਗਾ ਵੀ ਇਹ ਸਪੀਕਰਾਂ ਨੂੰ ਆਣ ਕੇ ਇੱਟਾਂ ਮਾਰਨ। ਪਿਛਲੇ 2 ਦਿਨ ਤੋਂ ਇਹਨਾਂ ਨੇ ਕੀਰਤਨ ਇੱਕ ਸਪੀਕਰ ਇੱਥੇ ਲਾਤਾ, ਜਦੋਂ ਕੋਈ ਬੁਲਾਰੇ ਬੋਲਦੇ ਉਹਦੀ ਆਵਾਜ਼ ਜ਼ਿਆਦਾ ਕਰ ਦਿੰਦੇ ਆ। ਹੁਣ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮੁਰਲੇ ਬੰਨੇ ਵੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਉਸੇ ਗੁਰੂ ਦੀ ਗੱਲ ਕਰੀ ਜਾਏ ਜਿਹਦੀ ਤੁਸੀਂ ਗੁਰਬਾਣੀ ਪੜ੍ਹਦੇ ਹੋ, ਉਹੀ ਤਾਂ ਤੁਸੀਂ ਵੇਚ ਕੇ ਖਾ ਗਏ ਹੋ। ਉਹ ਜਿਹੜੇ ਰੱਬ ਨੇ ਪੈਦਾ ਕੀਤਾ, ਜਿਹਨੇ ਸਾਹ ਦਿੱਤੇ, ਜਿਹਨੇ ਰੋਟੀ ਦਿੱਤੀ, ਜਿਹਨੇ ਰਿਜ਼ਕ ਦਿੱਤਾ, ਧੀਆਂ ਪੁੱਤ ਦਿੱਤੇ, ਜਿਹਨੇ ਕਾਰੋਬਾਰ ਦਿੱਤਾ, ਜਿਹਨੇ ਸਾਨੂੰ 5-7 ਫੁੱਟ ਦਾ ਸਰੀਰ ਦਿੱਤਾ, ਅਸੀਂ ਉਹਦੀ ਪਰਵਾਹ ਹੀ ਨਹੀਂ ਕਰਦੇ। ਜੇ ਛੇੜਖਾਨੀ ਮੈਂ ਕੀਤੀ ਆ ਤੇ ਮੈਂ ਪੰਥ ਦਾ ਦੇਣਦਾਰ ਹਾਂ। ਪੰਥ ਜੋ ਸਜ਼ਾ ਲਊ ਮੈਂ ਭੁਗਤਣ ਨੂੰ ਤਿਆਰ ਹਾਂ ਜੀ। ਜੇ ਜਥੇਦਾਰ 'ਚ ਇੰਨੀ ਜ਼ਰੂਰਤ ਹੁੰਦੀ ਤੇ ਉਹ ਕੀ ਕਰਨਾ ਦਿੰਦਾ ਹੁਣ ਤੱਕ? ਐਵੇਂ ਆ ਜਾਣ ਕੇ ਐਵੇਂ ਫਿਰ ਉਹ ਲੀਰਾਂ ਦੀ ਖਿੱਦੋਂ ਨੂੰ ਵੱਡੀ ਕਰਦੇ ਆ। ਨੀਅਤ ਨੀਤੀ ਤੇ ਗਲਤੀ। ਨੀਅਤ ਕਿਹਦੀ ਕਿੱਦਾਂ ਦੀ ਹੈ, ਜਾਂ ਜਿਹਦੀ ਨੀਅਤ 'ਚ ਕੋਈ ਸ਼ੰਕਾ ਹੈ ਉਹ ਨੀਅਤ ਕਿੱਦਾਂ ਠੀਕ ਕਰੋਗੇ, ਨੀਤੀ ਕਿੱਦਾਂ ਠੀਕ ਕਰੋਗੇ, ਤੇ ਗਲਤੀ ਕਿੱਦਾਂ ਠੀਕ ਕਰੋਗੇ? ਅਜੇ ਤਾਂ ਛੋਟੀ ਗੱਲ ਆ, ਵੱਡੀਆਂ ਗੱਲਾਂ ਆਉਣਗੀਆਂ ਅਜੇ। ਜਾਂ ਛੋਟੀਆਂ ਛੁਰਲੀਆਂ ਪਟਾਕੇ ਆ ਨਾ, ਇਹ ਥੋੜ੍ਹੇ ਦਿਨ ਹੀ ਚੱਲਣੇ ਆ। ਦੀਵਾਲੀ ਵਾਲੇ ਦਿਨ ਇਹਨਾਂ ਕੋਲ ਸਮਾਨ ਨਹੀਂ ਹੋਣਾ। ਜੇ ਕਿਤੇ ਅਸੀਂ ਮੋਰਚੇ ਤੋਂ ਹਟਾਂਗੇ ਤੇ ਗੋਲੀਆਂ ਮਾਰ ਦਿਓ ਜਾਂ ਗੋਲੀਆਂ ਚਲਾ ਦਿਓ, ਜਿਹੜਾ ਭੱਜੇਗਾ ਅਸੀਂ ਗੋਲੀ ਆਪ ਮਾਰਾਂਗੇ। ਗੱਲਾਂ ਤੇ ਗੋਲੀਆਂ ਦੀਆਂ ਕਰਦੇ ਆ, ਤੇ ਇੱਕ ਤਾਲੇ ਵੇਰੀ ਆਣ ਕੇ ਤੇ ਹਾਲਤ ਤੁਹਾਡੀ ਜਿਹੜੀ ਇੱਕ ਇਹੋ ਜਿਹੀ ਹੋ ਗਈ ਸਾਰਿਆਂ ਦੀ। ਨਹੀਂ, ਫੌਜੀ ਦੀ ਬੰਦੂਕ ਸਾਫ਼ ਕੀਤੀ ਰਹਿ ਜਾਣੀ, ਉਹਨੂੰ ਚਲਾਉਣੀ ਕਿਤੇ ਹੋਰ ਪੈਣੀ ਹੈ। ਇਹ ਮੋਰਚਾ ਮਹਾਰਾਜ ਨੇ ਫਤਿਹ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਖਬਾਰਾਂ ਦੇ ਵਿੱਚ ਜਦੋਂ ਸੁਰਖੀਆਂ ਬਣੀਆਂ ਕਿ ਸ਼੍ਰੀ ਦਰਬਾਰ ਸਾਹਿਬ ਵਾਲੇ ਮੋਰਚਾ ਉਹ ਬਰਗਾੜੀ ਦੀ ਤਰਜ਼ 'ਤੇ ਹੈ, ਅਤੇ ਜਦੋਂ ਇਹ ਵੀ ਪਤਾ ਚੱਲਿਆ ਕਿ ਮੋਰਚੇ ਦੇ ਵਿੱਚ ਆਗੂਆਂ ਦੀ ਆਪਸੀ ਪਾਟੋ ਧਾੜ ਹੋ ਗਈ ਹੈ, ਤਾਂ ਦਾ TV NRI ਦੀ ਟੀਮ ਪਹੁੰਚੀ ਸੀ ਦਰਬਾਰ ਸਾਹਿਬ ਮੋਰਚੇ ਦੇ ਵਿੱਚ, SGPC ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਜਿੱਥੇ ਮੋਰਚਾ ਲੱਗਾ ਹੈ। ਉਸ ਮੋਰਚੇ ਦੇ ਵਿੱਚ ਜਾ ਕੇ ਜਦੋਂ ਪਹੁੰਚਦੇ ਤਾਂ ਉਸੇ ਦੇਖਦੇ ਹਾਂ ਅਸੀਂ ਵੱਖ-ਵੱਖ ਨੇਤਾਵਾਂ ਨਾਲ ਗੱਲ ਕਰਦੇ, 7 ਮੈਂਬਰੀ ਕਮੇਟੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ। ਚੰਦ ਕੋ ਮੈਂਬਰ ਸਾਨੂੰ ਉੱਥੇ ਮਿਲਦੇ ਨੇ, ਤਾਂ ਉਹਦੇ ਵਿੱਚ ਭਾਈ ਸੁਖਜੀਤ ਸਿੰਘ ਖੋਸਾ, ਉਹਨਾਂ ਦਾ ਨਾਮ ਅਚਾਨਕ ਸੁਰਖੀਆਂ ਦੇ ਵਿੱਚ ਆ ਜਾਂਦਾ ਹੈ, ਔਰ ਪਤਾ ਚੱਲਦਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਤਾਲਾ ਲਗਾਇਆ। ਉਸ ਤਾਲਾ ਲਗਾਉਣ ਤੋਂ ਬਾਅਦ ਇੱਕਦਮ ਸਿਆਸਤ ਜਿਹੜੀ ਹੈ, ਜਾਂ ਮੋਰਚੇ ਦੀ ਜਿਹੜੀ ਸਿਆਸੀਕਰਨ ਹੈ, ਉਹ ਹੋਣਾ ਸ਼ੁਰੂ ਹੋ ਗਿਆ। ਮੋਰਚੇ ਦੇ ਵਿੱਚ ਕਿਹਾ ਜਾ ਰਿਹਾ ਕਿ ਪਾਟੋ ਤਾੜ ਹੋ ਗਈ, ਖੱਖੜੀਆਂ ਹੋ ਗਏ ਮੈਂਬਰ। ਸੋ ਇਹ ਸੱਚਾਈ ਅਸੀਂ ਜਾਣ ਸਕਦੇ ਹਾਂ ਭਾਈ ਸੁਖਜੀਤ ਸਿੰਘ ਖੋਸੇ ਕੋਲੋਂ। ਅਸੀਂ ਪਹੁੰਚੇ ਭਾਈ ਸੁਖਜੀਤ ਸਿੰਘ ਖੋਸੇ ਦੇ ਕੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸੁਖਜੀਤ ਸਿੰਘ ਖੋਸਾ ਜੀ, ਹਾਸ਼ਰ ਕਹਿੰਦੇ ਬਰਗਾੜੀ ਵਰਗਾ ਹੋਏਗਾ ਇਸ ਮੋਰਚੇ ਦਾ। ਪਹਿਲਾ ਤਾਂ ਇਹ ਸਵਾਲ ਹੈ, ਦੂਸਰਾ ਨਾਲ ਹੀ ਉਹ ਕਹਿ ਰਹੇ ਨੇ ਕਿ ਪਾਟੋ ਤਾੜ ਹੋ ਗਈ ਆਗੂਆਂ ਦੇ ਵਿੱਚ। ਹਾਸ਼ਰ ਵਾਲੀ ਗੱਲ ਸੱਚੀ ਹੈ ਕਿ ਪਾਟੋ ਤਾੜ ਵਾਲੀ ਸੱਚੀ ਹੈ? ਦੋਨੇ ਹੀ ਸੱਚੀਆਂ ਨਹੀਂ ਹੈਗੀਆਂ, ਦੋਨੇ ਹੀ ਠੀਕ ਨਹੀਂ ਹੈ। ਠੀਕ ਕੀ ਹੈ? ਠੀਕ ਹੈਗਾ, ਮਹਾਰਾਜ ਕਹਿੰਦੇ ਸ਼ਲੋਕ ਮੁਹੱਲਾ 5ਵਾਂ। ਪਰ ਇੱਥੇ ਇੱਕ ਗੱਲ ਕਹੀ, ਮੈਂ ਕੱਟ ਰਿਹਾ, ਤੁਸੀਂ ਕਿਹਾ ਠੀਕ ਨਹੀਂ ਤਾਂ ਗਲਤ 'ਚ ਫਰਕ ਹੁੰਦਾ। ਇਹਦਾ ਮਤਲਬ ਗਲਤ ਨਹੀਂ ਹੈ, ਠੀਕ ਨਹੀਂ ਹੈ, ਯਾਨੀ ਕਿ ਕੋਈ ਕਮੀ ਹੈਗੀ ਆ, ਮਤਲਬ ਪੂਰੀ ਠੀਕ ਨਹੀਂ ਹੈ। ਕਈ ਵਾਰ ਨਾ ਨੀਅਤ ਸਾਫ਼ ਹੁੰਦੀ ਆ, ਨੀਤੀ ਖਰਾਬ ਹੁੰਦੀ ਆ। ਠੀਕ ਹੈ, ਇੱਥੇ ਕੀ ਹੈ? ਇੱਥੇ ਵੀ ਨੀਅਤ ਸਾਫ਼ ਆ, ਨੀਤੀ 'ਚ ਥੋੜ੍ਹੀ ਬਹੁਤੀ ਗੜਬੜ ਹੋ ਸਕਦੀ ਹੈ। ਠੀਕ ਹੈ, ਪਰ ਕਿਹਦੇ ਵੱਲੋਂ? ਕੌਣ ਆ ਬੰਦਾ ਨੀਤੀ ਘੜਨ ਵਾਲਾ? ਕੌਣ ਹੈ?
ਕਈ ਵਾਰ ਨਾ ਇਹ ਜਿਹੜਾ ਇਹ ਚੱਲ ਰਿਹਾ ਇਹ ਪ੍ਰੋਟੈਸਟ ਇਹ ਵੱਡਾ ਆ ਤੇ ਉਡਣਾ ਭਾਰ ਚੱਕਣ ਲਈ ਅਸੀਂ ਤਿਆਰ ਨਹੀਂ ਹੁੰਦੇ ਤੇ ਬੰਦਾ ਕਈ ਵਾਰ ਸੋਚਦਾ ਕਿ ਮੈਂ ਭਾਰ ਚੁੱਕ ਲੂੰਗਾ, ਉਹ ਭਾਵੇਂ ਸੁਖਜੀਤ ਸਿੰਘ ਹੀ ਹੋਵੇ, ਪਰੰਤੂ ਮੈਨੂੰ ਵੀ 4 ਦਿਨ ਸਾਹ ਲੈ ਕੇ ਪਤਾ ਲੱਗਿਆ ਕਿ ਇਦਾਂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਤੇਰਾ ਕੀਤਾ ਜਾਤੋ ਨਹੀਂ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ, ਆਪੇ ਤਰਸ ਪਿਓਈ। ਤਰਸ ਪਿਆ ਮੇ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਇਹ ਮੋਰਚੇ ਦਾ ਇਹ ਹੋਣਾ ਆ। ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰਾ ਕੀਤਾ ਜਾਤੋ ਨਹੀਂ, ਮੈਂ ਜਾਣਦਾ ਹੀ ਨਹੀਂ ਹੈਗਾ, ਮੈਨੂੰ ਜੋਗ ਕੀਤੋਈ, ਮੈਨੂੰ ਤੁਸੀਂ ਜੋਗ ਸਮਝਿਆ ਬਣਾਇਆ, ਫਿਰ ਆਪਾਂ ਕੌਣ ਆ, ਅਸੀਂ ਕੀ ਆ? ਪਰ ਖੋਸਾ ਸਾਹਿਬ ਸਵਾਲ ਇਸ ਕਰਕੇ ਖੜਾ ਹੋਇਆ, ਸਾਨੂੰ ਤੁਹਾਡੇ ਕੋਲ ਇਸ ਕਰਕੇ ਆਉਣਾ ਪਿਆ ਹੈ ਕਿ ਇਹ ਜੋ ਮਾਮਲਾ ਖੱਖੜੀਆਂ ਵਾਲਾ ਹੋ ਚੁੱਕਾ ਹੈ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ, ਗਲਤੀ ਦੀ ਗੱਲ ਕੀਤੀ, ਨੀਅਤ ਨੀਤੀ ਦੀ ਗੱਲ ਕੀਤੀ ਹੈ, ਤੇ ਇਹ ਚੀਜ਼ ਜਿਹੜੀ ਹੈ ਅਸੀਂ ਮੋਰਚੇ ਦੇ ਵਿੱਚ ਵੀ ਮਹਿਸੂਸ ਕੀਤੀ ਹੈ। ਗੱਲ ਕੋਈ ਖੁੱਲ੍ਹ ਕੇ ਕਰ ਨਹੀਂ ਰਿਹਾ ਪਰ ਗੱਲ ਕੋਈ ਹੈਗੀ ਜ਼ਰੂਰ ਹੈ। ਉਹ ਗੱਲ ਕੀ ਹੈ ਜਿਹੜੀ ਕਰਨ ਤੋਂ ਕਤਰਾ ਰਹੇ ਨੇ? ਮੈਂ ਤੁਹਾਨੂੰ ਦੱਸਿਆ ਨਾ ਵੀ ਕਈ ਵਾਰ ਸਾਡੇ ਕੋਲ ਇੰਨਾ ਤਜਰਬਾ ਨਹੀਂ ਹੁੰਦਾ। ਇਹ ਸਿਆਸੀ ਹੈ ਸਾਰੀ ਗੱਲ, ਖਬਰ ਜਿਹੜੀ ਸਿਆਸੀ ਹੈ। ਹੁਣ ਸਾਡੇ ਵਿੱਚ ਕੋਈ ਸਿਆਸੀ ਬੰਦਾ ਨਹੀਂ ਹੈਗਾ, ਜਵਾਬ ਕਿੱਦਾਂ ਦਿੱਤਾ ਜਾਵੇ? ਪਰੰਤੂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਐਡੀ ਕੋਈ ਗੱਲ ਨਹੀਂ ਹੈਗੀ, ਇਹ ਛੋਟੀਆਂ ਗੱਲਾਂ ਆ। ਪਰ ਛੋਟੀ ਗੱਲ ਨਹੀਂ ਹੈ ਖੋਸਾ ਸਾਹਿਬ, ਤੁਸੀਂ ਇਹਨੂੰ ਛੋਟੀ ਬਣਾ ਰਹੇ ਹੋ, ਕਹਿ ਰਹੇ ਹੋ, ਇਹ ਕਿਸੇ ਦਬਾਅ ਹੇਠਾਂ ਕਹਿ ਰਹੇ ਹੋ ਕਿ ਜਾਂ ਹੁਣ ਮਜਬੂਰੀ ਹੋ ਗਈ ਇਹ ਗੱਲ ਕਹਿਣੀ ਕਿ ਗੱਲ ਛੋਟੀ ਹੈ? ਨਹੀਂ, ਤੁਸੀਂ ਦੱਸੋ ਨਾ ਕਿਹੜੀ ਗੱਲ ਨੂੰ? ਹੁਣ ਗੱਲਾਂ ਤੁਸੀਂ 2 ਕਰਦੇ ਆ, ਇੱਕ ਪਾਟੋ ਧਾੜ ਦੀ ਕਰਦੇ ਆ, ਇੱਕ ਜਿੰਦਰੇ ਦੀ ਕਰਦੇ ਆ, ਮੈਨੂੰ ਇੱਕ ਖੁੱਲ੍ਹ ਕੇ ਦੱਸੋ ਨਾ ਕਿਹੜੀ ਗੱਲ ਦਾ ਜਵਾਬ? ਮੈਂ ਪਹਿਲਾਂ ਤੁਹਾਡੇ ਕੋਲ ਪਹਿਲਾਂ ਤਾਂ ਸਵਾਲ ਜੋ ਖੁੱਲ੍ਹ ਕੇ ਸੰਗਤ ਦੇ ਸਾਹਮਣੇ ਆ ਚੁੱਕਾ ਹੈ, ਆਪਾਂ ਉਹਦੇ ਤੇ ਪਹਿਲਾਂ ਗੱਲ ਕਰੀਏ ਕਿ ਹਸ਼ਰ ਬਰਗਾੜੀ ਵਾਲਾ ਹੋਏਗਾ ਮੋਰਚੇ ਦਾ? ਨਹੀਂ। ਪਾਟੋ ਧਾੜ ਕਿਹੜੇ ਮੈਂਬਰਾਂ ਦੇ ਵਿੱਚ ਹੈ? ਤੁਸੀਂ 7 ਮੈਂਬਰੀ ਕਮੇਟੀ, ਉਸ ਤੋਂ ਬਾਅਦ 11 ਮੈਂਬਰੀ ਕਮੇਟੀ, ਉਸ ਦੇ ਬਾਅਦ ਸੰਗਤ ਹੈਗੀ ਹੈ। ਇਹਨਾਂ ਤਿੰਨਾਂ ਦਾ ਆਪਸ 'ਚ ਤਾਲਮੇਲ ਹੈ ਨਹੀਂ ਕਿ 7 ਮੈਂਬਰਾਂ ਦਾ ਆਪਸ 'ਚ ਤਾਲਮੇਲ ਹੈ ਨਹੀਂ? ਮਾਰ ਕਹਿੰਦੇ ਮੁੱਖੋਂ ਔਖ ਚੁੱਕ ਬੋਲਦੇ ਅੰਤਰ ਸੇ ਨਹੀਂ, ਅੰਦਰੋਂ ਸਾਰੇ ਇੱਕ ਆ ਜੀ। ਮੂੰਹ ਤੋਂ ਕਈ ਵਾਰ ਹੋ ਜਾਂਦਾ, ਹੋ ਗਿਆ, ਹੋ ਸਕਦਾ ਜਿਹਨੇ ਅਖਬਾਰ ਵਾਲੇ ਨੇ ਲਿਖਿਆ, ਵੀਰ ਨੇ, ਉਹਨੂੰ ਲੱਗਿਆ ਹੋਵੇ ਮੁੱਖ। ਪਰ ਇੱਥੇ ਖੋਸਾ ਸਾਹਿਬ ਸ਼ਰਤ ਜਿਹੜੀ ਹੈ ਨਾ ਅਖਬਾਰ ਦੀ, ਜੋ ਖਬਰ ਕਹਿੰਦੀ ਜੀ ਕੋਈ ਬੰਦਾ ਕਹਿੰਦਾ ਜੀ ਸ਼ਰਤ ਨਾ ਛਾਪਣ ਦੀ ਹੈ, ਨਾ ਛਾਪੀ ਮੇਰਾ, ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ। ਉਹ ਕਹਿ ਰਿਹਾ ਕਿ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਯਾਨੀ ਕਿ ਇਹਦੇ ਵਿੱਚ ਕੌਣ ਲੋਕ ਨੇ ਜਿਹੜੇ SGPC ਨਾਲ ਅੰਦਰ ਖਾਤੇ ਰਲ ਗਏ ਨੇ, ਮਿਲ ਗਏ ਨੇ, ਔਰ ਇਹ ਜਿਹੜਾ ਕੰਮ ਹੈ ਨਾ ਮੋਰਚੇ ਦਾ, ਇਹਨੂੰ ਢਾਹ ਲਾ ਰਹੇ ਨੇ? 7 ਮੈਂਬਰੀ ਵਿੱਚ ਅਜਿਹਾ ਕੋਈ ਸ਼ਖਸ ਨਹੀਂ ਹੈਗਾ, ਇਹ ਕਲੀਅਰ ਆ। 7 ਮੈਂਬਰੀ ਦੇ ਨਾਲ ਕੁਛ ਲੋਕ ਹੈਗੇ ਆ ਜਿਹੜੇ ਨਾਲ ਬੈਕ ਦੇ ਉੱਤੇ, ਆਪਾਂ ਜਿੱਦਾਂ ਮੈਂ ਤੁਹਾਡਾ ਸਲਾਹਕਾਰ ਹੋਵਾਂ, ਤੁਸੀਂ ਆਪਣੇ ਆਪ 'ਚ ਸਟਰੋਂਗ ਹੋਵੋ, ਮੈਂ ਸਲਾਹਕਾਰ ਤੁਹਾਡਾ ਮਾੜਾ ਹੋਵਾਂ, ਇਹੋ ਜਿਹੇ ਕੁਛ ਲੋਕ ਹੈਗੇ ਸਲਾਹਕਾਰ, ਤੇ ਉਹ ਹੌਲੀ ਹੌਲੀ ਸੱਚ ਸੰਗਤ ਸਾਹਮਣੇ ਆਪੇ ਆ ਜਾਣਾ। ਭਾਈ ਸੁਰਜੀਤ ਸਿੰਘ ਖੋਸੇ ਨੇ 4 ਦਿਨ ਪਹਿਲਾਂ ਇੱਕ ਤਾਲਾ ਜੜਿਆ, ਉਹ ਤਾਲਾ ਜੜਨ ਦੀ ਨੌਬਤ ਕਿਉਂ ਆਈ? ਤੇ ਕਹਿੰਦੇ ਨੇ ਆਪ ਹੁਦਰੀ ਕਰ ਗਏ ਭਾਈ ਸੁਰਜੀਤ ਸਿੰਘ ਖੋਸਾ ਕਿ 7 ਮੈਂਬਰੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਕੌਨਫੀਡੈਂਸ 'ਚ ਲਿਆ ਗਿਆ ਸੀ। ਦੇਖੋ ਕਈ ਵਾਰ ਜਦੋਂ ਐਮਰਜੈਂਸੀ ਵਾਰਡ ਵਿੱਚ ਮਰੀਜ਼ ਹੁੰਦਾ ਨਾ, ਉੱਥੇ ਫਿਰ ਸੀਨੀਅਰ ਡਾਕਟਰ ਨੂੰ ਕਈ ਵਾਰ ਨਹੀਂ ਪੁੱਛਣਾ ਪੈਂਦਾ, ਟੀਕਾ ਆਪ ਹੀ ਲਾ ਦੇਣਾ ਪੈਂਦਾ ਨਾੜ 'ਚ। ਉਦੋਂ ਨਹੀਂ ਵੇਖਿਆ ਜਾਂਦਾ ਕਿ ਮਰਨ ਲੱਗਾ ਹੀ ਉਹ, ਹੁਣ ਤੇ ਇਹਦੇ ਟੀਕਾ ਲਾ ਦਿਓ ਫਟਾਫਟ। ਐਮਰਜੈਂਸੀ ਪੈ ਗਈ ਸੀ ਇੱਥੇ ਐਮਰਜੈਂਸੀ ਸੀ, ਕਿਉਂਕਿ ਉਹਨਾਂ ਕੋਲ ਹੁਣ ਸਿਸਟਮ ਆ, ਉਹਨਾਂ ਨੇ 2-3 ਤੇ ਧੂਤਰੂ ਬੰਨ੍ਹ ਦਿੱਤੇ। ਉਹ ਕੀਰਤਨ ਕਰਕੇ ਸਾਡੇ ਨਾਲ ਲੜਦੇ ਆ ਹੁਣ। ਟੀਨਾਂ ਹਟ ਗਈਆਂ, ਮਹਾਰਾਜ ਨੇ ਹਟਾਤੀਆਂ, ਬੜਾ ਕੁਛ ਹੋਰ ਪਖੰਡ ਕੀਤਾ ਉਹਨਾਂ ਨੇ, ਉਹ ਸਾਰਾ ਹਟ ਗਿਆ। ਹੁਣ ਉਹਨਾਂ ਨੇ ਕਿਹਾ ਵੀ ਸ਼ਬਦ, ਮਤਲਬ ਉਹਨਾਂ ਦਾ ਸੀਗਾ ਵੀ ਇਹ ਸਪੀਕਰਾਂ ਨੂੰ ਆਣ ਕੇ ਇੱਟਾਂ ਮਾਰਨ ਤੇ ਅਸੀਂ ਗੱਲ ਬਣਾਵਾਂਗੇ ਵੀ ਇਹ ਜੀ ਇਹ ਇਰੀਟੇਟ ਹੁੰਦੇ ਆ ਤੇ ਸਪੀਕਰਾਂ ਦੇ ਉੱਤੇ ਹਮਲਾ ਕਰਦੇ ਆ, ਗੁਰਬਾਣੀ 'ਤੇ ਹਮਲਾ ਕਰਦੇ ਆ। ਹੁਣ ਉਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮੁਰਲੇ ਬੰਨੇ ਵੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਉਸੇ ਗੁਰੂ ਦੀ ਗੱਲ ਕਰੀ ਜਾਏ ਜਿਹਦੀ ਤੁਸੀਂ ਗੁਰਬਾਣੀ ਪੜ੍ਹਦੇ ਹੋ, ਉਹੀ ਤਾਂ ਤੁਸੀਂ ਵੇਚ ਕੇ ਖਾ ਗਏ ਹੋ। ਜਿਹੜੇ ਗੁਰੂ ਦੀ ਗੁਰਬਾਣੀ ਅੱਜ ਸੁਣਾ ਕੇ ਸਾਡੀ ਆਵਾਜ਼ ਬੰਦ ਕਰਦੇ ਹੋ, ਇਸੇ ਗੁਰੂ ਨੂੰ ਵੇਚ ਕੇ ਖਾ ਗਏ ਆ। ਬਿਲਕੁਲ। ਤੇ ਉਹਦੇ ਵਾਸਤੇ ਫਿਰ ਹੁਣ ਐਮਰਜੈਂਸੀ ਜਿਹੜਾ ਤੁਸੀਂ ਟੀਕਾ ਲਾਇਆ, ਕਹਿੰਦੇ ਐਮਰਜੈਂਸੀ ਟੀਕਾ ਲਾਉਣਾ ਪੈ ਗਿਆ, ਉਹ ਟੀਕਾ ਕੀ ਸੀ? ਜਿੰਦਾ, ਉਹ ਜਿੰਦਾ ਟੀਕਾ ਹੀ ਸੀ, ਉਹਨੂੰ ਲਾਇਆ ਫਿਰ। ਹਾਂ, ਉਹਦੇ ਬਾਅਦ ਕੀ ਹੋਇਆ? ਉਹਦੇ ਬਾਅਦ ਹੁਣ ਮੈਂ ਗਿਆ ਹੀ ਨਹੀਂ, 4 ਦਿਨ ਹੋ ਗਏ। ਕੀ ਹੋਇਆ 5 ਦਿਨ? ਮੈਂ ਤਾਂ ਇੱਥੇ ਹਾਂ ਜੀ। ਮੈਨੂੰ ਪੰਥ ਨੇ ਹੁਕਮ ਲਾਇਆ ਸੀ ਵੀ ਤੁਸੀਂ ਆਪ ਹੁਦਰੀਆਂ ਛੱਡ ਕੇ ਇੱਥੇ ਬੈਠੋ। ਉਹ ਟੀਕਾ ਕਿੰਨੇ ਪੁੱਟਿਆ ਫਿਰ ਉੱਥੋਂ? ਇਹ ਮੈਂ ਗਿਆ ਹੀ ਨਹੀਂ, ਹੁਣ ਮੈਨੂੰ ਪਤਾ ਹੀ ਨਹੀਂ ਹਜੇ ਤੱਕ। ਮੈਂ ਜਦੋਂ ਜਾਊਂਗਾ ਫਿਰ ਉਹਨਾਂ ਨੂੰ ਪੁੱਛੂੰਗਾ ਵੀ ਕਿਹਨੇ ਪੱਟਿਆ, ਕੀ ਕੀਤਾ, ਕੀ ਹੋਇਆ, ਫਿਰ ਹੀ ਹੈ ਨਾ। ਜੇ ਕਿਸੇ ਆਪਣੇ ਬੰਦਿਆਂ ਨੇ ਉਹ ਖਲਵਾਤਾ ਹੋਏ ਤਾਲਾ,
ਤੇ ਫਿਰ ਤੁਹਾਡੇ ਐਮਰਜੈਂਸੀ 'ਚ ਇਲਾਜ ਕੀਤੇ ਦਾ ਕੀ ਫਾਇਦਾ ਹੋਇਆ? ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਬੱਚਿਆਂ ਦੀ ਖੇਡ ਨਹੀਂ ਹੈਗੀ ਮੋਰਚਾ। ਹੁਣ ਜਿਹਨੇ ਵੀ ਕਿਸੇ ਨੇ ਕੀਤਾ ਹੋਇਆ ਉਹ ਗੁਰੂ ਦਾ ਦੇਣਦਾਰ ਆ, ਠੀਕ ਹੈ, ਪੰਥ ਦਾ ਵੀ ਦੇਣਦਾਰ ਆ। ਔਰ ਉਹ ਇਨਸਾਨ ਨੂੰ ਸਮਝ ਲੱਗੂਗੀ ਬਹੁਤ ਚਿਰ ਬਾਅਦ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਗੇਟ ਨਾਲੋਂ ਜਿੰਦਾ ਖੁਲਵਾਉਣ ਦੀ ਗੱਲ ਨਹੀਂ ਕਰਕੇ ਆਇਆ ਹੋਊਗਾ ਜਿਹਨੇ ਵੀ ਕੀਤੀ ਹੋਊਗੀ। ਮੈਨੂੰ ਲੱਗਦਾ 7 ਮੈਂਬਰੀ ਜੋਤ ਨਹੀਂ ਕੀਤੀ ਹੈਗੀ। ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਫਿਰ ਵਿਰੋਧ ਵੀ ਤੇ ਨਹੀਂ ਨਾ 7 ਮੈਂਬਰੀ 'ਚੋਂ ਕਿਸੇ ਨੇ ਕੀਤਾ। ਇਹ ਗੱਲਾਂ ਤੇ ਕਰਦੇ ਨੇ ਗੋਲੀਆਂ ਖਾਣ ਦੀਆਂ ਗੱਲਾਂ, ਤੇ ਕਹਿੰਦੇ ਨੇ ਵੀ ਜੇ ਕਿਤੇ ਅਸੀਂ ਮੋਰਚੇ ਤੋਂ ਹਟਾਂਗੇ ਤੇ ਗੋਲੀਆਂ ਮਾਰ ਦਿਓ ਜਾਂ ਗੋਲੀਆਂ ਚਲਾ ਦਿਓ, ਜਿਹੜਾ ਭੱਜੇਗਾ ਅਸੀਂ ਗੋਲੀ ਆਪ ਮਾਰਾਂਗੇ। ਗੱਲਾਂ ਤੇ ਗੋਲੀਆਂ ਦੀਆਂ ਕਰਦੇ ਆ। ਤੇ ਇੱਕ ਤਾਲੇ ਵੇਰੀ ਆਣ ਕੇ ਤੇ ਹਾਲਤ ਤੁਹਾਡੀ ਜਿਹੜੀ ਹੈ ਕਿਹੋ ਜਿਹੀ ਹੋ ਗਈ ਸਾਰਿਆਂ ਦੀ। 7 ਮੈਂਬਰ ਤੁਸੀਂ ਤੇ ਲਾਏ ਤੇ ਬਾਕੀ ਖਲਵਾਇਆ ਕਿੰਨੇ? ਮਤਲਬ ਇਹੋ ਹੀ ਤਾਂ ਕੁੰਡੀ ਹੈ। ਦੇਖੋ ਜੀ, ਮੈਨੂੰ ਪੰਥ ਨੇ ਕਿਹਾ ਸੀਗਾ ਕਿ ਤੁਸੀਂ ਆਰਾਮ ਕਰੋ, ਵਾਰੀ ਨਾਲ ਉੱਥੇ ਜਾਣਾ, 4-5 ਦਿਨ ਤੁਸੀਂ ਉੱਥੇ ਜਾਣਾ ਨਹੀਂ ਹੈਗਾ। ਤੇ ਮੈਂ ਪੰਥ ਦਾ ਹੁਕਮ ਮੰਨ ਕੇ 5 ਦਿਨ ਤੋਂ ਅੰਦਰ ਕਿਹਨੇ ਕੀਤਾ ਮੇਰੀ ਹਜੇ ਨਾ ਕਿਸੇ ਨਾਲ ਗੱਲ ਹੋਈ ਆ। ਇੰਨਾ ਜ਼ਰੂਰ ਮੈਨੂੰ ਪਤਾ ਲੱਗਾ ਸੀ ਕਿ ਜਿੰਦਰਾ ਜਿਹੜਾ ਉਹ ਵੱਢ ਦਿੱਤਾ ਗਿਆ ਆ, ਉਹ ਸੰਗਲ ਕੱਟਿਆ ਦਿੱਤਾ ਗਿਆ। ਪਰੰਤੂ ਮੈਨੂੰ ਪੰਥ ਨੇ ਇਹ ਕਿਹਾ ਸੀ ਕਿ ਤੁਸੀਂ ਉੱਥੇ ਆਉਣਾ ਨਹੀਂ ਹੈਗਾ, ਜੋ ਵੀ ਹੋਵਾਂਗੇ ਅਸੀਂ ਵੇਖਾਂਗੇ। ਹੁਣ ਇਹ ਤਾਂ ਦੂਜੇ 6 ਵੀਰ ਜਿਹੜੇ ਉਹ ਜਵਾਬ ਦੇ ਸਕਦੇ ਆ, ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਉਹ ਸਾਹਮਣੇ ਸੀ। ਉਹਨਾਂ ਦੇ ਸਾਹਮਣੇ ਕੀ ਹੋਇਆ ਜਿਹਨੇ ਅੱਖੀਂ ਦੇਖਿਆ। ਜਿੰਨਾ ਚਿਰ ਅੱਖੀਂ ਨਾ ਦੇਖੀਏ, ਕੰਨੀ ਨਾ ਸੁਣੀਏ, ਉਹਨਾਂ ਚਿਰ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਹੈਗਾ। ਸੁਰਜੀਤ ਸਿੰਘ ਖੋਸਾ ਦਾ ਜ਼ਿਕਰ ਕਿਉਂ ਆ ਰਿਹਾ? ਕਹਿੰਦੇ ਕਿ ਛੇੜਖਾਨੀ ਜਿਹੜੀ ਹੈ ਭਾਈ ਸੁਰਜੀਤ ਸਿੰਘ ਖੋਸੇ ਨੇ ਕਰਤੀ। ਯਾਨੀ ਕਿ ਕਿਹਾ ਜਾ ਰਿਹਾ ਨਾ ਪਾਟੋ ਧਾੜ ਦੇ ਵਿੱਚ ਮੋਹਰਲੀ ਕਤਾਰ ਦੇ ਵਿੱਚ ਭਾਈ ਸੁਰਜੀਤ ਸਿੰਘ ਖੋਸੇ ਦਾ ਜ਼ਿਕਰ ਆਉਣ ਡਿਆ ਪਿਆ। ਜੇ ਛੇੜਖਾਨੀ ਮੈਂ ਕੀਤੀ ਆ ਤੇ ਮੈਂ ਪੰਥ ਦਾ ਦੇਣਦਾਰ ਹਾਂ। ਪੰਥ ਜੋ ਸਜ਼ਾ ਲਊ ਮੈਂ ਭੁਗਤਣ ਨੂੰ ਤਿਆਰ ਹਾਂ ਜੀ। ਜੀ ਬਿਲਕੁਲ ਹੈ ਜੀ। ਔਰ ਸੰਗਤ ਜੀ, ਜੋ ਤੁਹਾਡਾ ਸਵਾਲ ਸੀਗਾ, ਜੋ ਬਾਰ-ਬਾਰ ਇਸ ਚੀਜ਼ ਨੂੰ ਲੈ ਕੇ ਚਰਚਾ ਚੱਲ ਰਹੀ ਸੀਗੀ ਕਿ ਆਖਿਰ ਮੋਰਚੇ ਦਾ ਹਸ਼ਰ ਕੀ ਬਰਗਾੜੀ ਵਾਲਾ ਹੋਏਗਾ, ਉਹ ਕਲੀਅਰ ਕੱਟ ਦੇ ਵਿੱਚ ਆ ਕਿ ਨਹੀਂ। ਖੋਸਾ ਸਾਹਿਬ ਉਹਦੇ 'ਤੇ ਕਲੀਅਰ ਕਰ ਚੁੱਕੇ ਨੇ ਕਿ ਨਹੀਂ ਹੋਏਗਾ। ਔਰ ਪਾਟੋ-ਧੜ ਹੈ ਉਹਦੇ ਵਾਸਤੇ ਵੀ ਕਹਿ ਚੁੱਕੇ ਨੇ ਨਹੀਂ। ਹਾਂ, ਨੀਅਤ ਤੇ ਨੀਤੀ ਦਾ ਇੱਥੇ ਇਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਸੀ। ਇੱਕ ਜ਼ਿਕਰ ਗਲਤੀ ਦਾ ਜ਼ਰੂਰ ਕੀਤਾ ਸੀ ਇਹਨਾਂ ਨੇ। ਨੀਅਤ, ਨੀਤੀ ਤੇ ਗਲਤੀ, ਇਹ 3 ਚੀਜ਼ਾਂ ਜਿਹੜੀਆਂ ਨੇ ਉਸ ਮੋਰਚੇ ਦੀਆਂ ਮੇਨ ਨੇ। ਨੀਅਤ, ਨੀਤੀ ਤੇ ਗਲਤੀ। ਨੀਅਤ ਕਿੱਦਾਂ ਦੀ ਹੈ, ਜਾਂ ਜਿਹਦੀ ਨੀਅਤ 'ਚ ਕੋਈ ਸ਼ੰਕਾ ਹੈ ਉਹ ਨੀਅਤ ਕਿੱਦਾਂ ਠੀਕ ਕਰੋਗੇ, ਨੀਤੀ ਕਿੱਦਾਂ ਠੀਕ ਕਰੋਗੇ, ਤੇ ਗਲਤੀ ਕਿੱਦਾਂ ਠੀਕ ਕਰੋਗੇ? ਸਾਰਾ ਕੁਝ ਹੋ ਜਾਣਾ ਗੁਰੂ ਅਨਸਾਰੀ ਹੋ ਕੇ। ਸਗਲ द्वार को ਛੱਡ ਕੇ ਗਏ ਹੋ ਤੋ ਹਰ द्वार ਬਾहेंगे ਕੀ ਲਾਜਸ ਗੋਬਿੰਦਾਸ ਤੁਹਾਰ। ਹਜੇ ਅਸੀਂ ਕਈ ਵਾਰ ਜਾਬੇ ਜਾਣੇ ਮੈਂ ਕੁਛ ਕਰਤਾ, ਖੋਸਾ ਹੀ ਕਵੇ ਵੀ ਮੈਂ ਕੁਛ ਕਰਦਾ, ਤਬਲਾ ਗਰਭ ਜੋਨ ਮੈਂ ਫਿਰਤਾ। ਬਸ। ਪਰ ਖੋਸਾ ਸਾਹਿਬ, ਮੌਜੂਦਾ ਹਾਲਾਤ ਦੇ ਵਿੱਚ ਅਸੀਂ ਉੱਥੇ ਇੰਟਰਵਿਊ ਕਰਕੇ ਆਏ ਹਾਂ। ਸਾਨੂੰ ਕਿਤੇ ਨਾ ਕਿਤੇ, ਅਸੀਂ ਵੀ ਇੱਕ ਪੱਤਰਕਾਰ ਹਾਂ, ਸਾਨੂੰ ਉਸ ਮੋਰਚੇ ਦੇ ਵਿੱਚ ਨਾ ਜਿੱਦਾਂ ਕਹਿ ਦਈਏ ਨਾ ਕਿ ਲੈਂਟਰ ਪਿਆ ਬਹੁਤ ਸ਼ਾਨਦਾਰ ਹੈ, ਪਰ ਕਿਤੇ ਨਾ ਕਿਤੇ ਜਦੋਂ ਮੀਂਹ ਪੈਂਦਾ ਨਾ ਤਾਂ ਅਸੀਂ ਕਹਿੰਦੇ ਚੋਣ ਡੈ ਪਿਆ। ਪਤਾ ਤਾਂ ਉਦੋਂ ਲੱਗਦਾ ਹੈ ਅਜੇ ਬਾਰਿਸ਼ ਪਈ ਨਹੀਂ ਹੈ, ਪਰ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਜੇ, ਕੀੜੀਆਂ ਨੇ ਮੋਰੀ ਕਰਤੀ ਜੇ ਕਿਤੇ। ਗੁਰੂ ਬੜਾ ਬੇਅੰਤਾ, ਕੀੜੀਆਂ ਨੂੰ ਮੋਰੀ ਨਹੀਂ ਕਰਨ ਦਿੰਦਾ। खिन में नीच कीट को राज, ठीक है, को पिंगल पर्वत पर ओ वाहिगुरु को पिंगल पर्वत पर पिंगले ਨੂੰ ਪਰਬਤ ਤੇ ਚੜਾਉਣ ਦੀ ਸੱਚੇ ਪਾਤਸ਼ਾਹ ਸ਼ਮਤਾ ਰੱਖਦੇ। ਜਿਸ ਦਿਨ ਮੋਰਚੇ ਦੀ ਸ਼ੁਰੂਆਤ ਹੋਈ ਸੀ ਅਸੀਂ ਨਾਲ ਸੀ। ਅਸੀਂ ਦੇਖਿਆ ਸੀਗਾ ਕਿ ਕਿੱਡੀ ਜੱਦੋ ਜਹਿਦ ਦੇ ਨਾਲ ਇਹ ਮੋਰਚੇ ਦੀ ਆਰੰਭਤਾ ਹੋਈ ਸੀ। ਔਰ ਉਸ ਮੋਰਚੇ ਦੀ ਆਰੰਭਤਾ ਦੇ ਵੇਲੇ ਗੱਲਾਂ ਹੋਈਆਂ ਸੀ, ਗੋਲੀਆਂ ਦੀਆਂ ਗੱਲਾਂ ਹੋਈਆਂ ਸੀ, ਸੀਨਿਆਂ ਦੀਆਂ, ਤੇ ਗੱਲਾਂ ਹੋਈਆਂ ਸੀ ਸੰਗਤਾਂ ਦੇ ਨਾਲ ਆਰ ਪਾਰ ਦੀਆਂ। ਹੁਣ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਕਿ ਪਹਿਲੇ ਵਾਲੇ ਜਿਹੜੇ ਬਿਆਨ ਨੇ, ਬਚਨ ਨੇ, ਹੁਣ ਵੀ ਉਹ 7 ਮੈਂਬਰੀ ਕਮੇਟੀ ਉੱਤੇ ਕਾਇਮ ਹੈ ਕਿ ਇਕੱਲਾ ਉਸ ਉੱਪਰ ਭਾਈ ਖੋਸਾ ਹੀ ਕਾਇਮ ਆ? ਦੇਖੋ, ਜੇ ਤਾਂ ਤੁਸੀਂ 1 ਬਾਈ 1 ਸਵਾਲ ਪੁੱਛਣਾ, ਮੈਂ ਤਾਂ ਆਸ ਕਰਦਾ ਕਿ ਸਾਰੇ ਕਾਇਮ ਆ। ਪਰ ਜੇ ਤੁਸੀਂ ਉਹਨਾਂ ਵਿੱਚੋਂ ਕੱਢ ਕੇ ਪੁੱਛਣਾ, ਮੈਂ ਉੱਥੇ ਹਾਰੀ ਕਾਇਮ ਆ। ਕਿਉਂਕਿ 7 ਦੇ 7 ਇੱਥੇ ਫਿਰਦੇ ਨੇ, ਇਕੱਲੇ ਇਕੱਲੇ ਨੂੰ ਪੁੱਛ ਸਕਦੇ ਹੋ। ਕਈ ਵਾਰ ਕਿਸੇ ਦਾ ਦਿਲ ਨਹੀਂ ਰਾਜੀ ਹੁੰਦਾ, ਪਰੰਤੂ ਆਪਾਂ ਉੱਥੇ ਕਾਇਮ ਹੈਗੇ ਆ। ਉੱਥੇ ਹੀ ਕਾਇਮ ਆ। ਕਾਫੀ ਸਾਰੇ ਲੋਕ ਕਾਇਮ ਹੈਗੇ ਨੇ, ਪਰ ਫਿਰ ਵੀ ਜੇ ਤੁਸੀਂ ਅੱਜ 1 ਬਾਈ 1 ਕਰਦੇ ਹੋ ਤੇ ਮੈਂ ਨਾ ਬਹੁਤ ਚੰਗਾ ਰਹੂਗਾ ਜੀ। ਬਿਲਕੁਲ ਪੁੱਛਿਆ ਜੀ, ਜਿੰਨੇ ਵੀ ਮੈਂਬਰ ਸਾਹਿਬਾਨ ਸਾਨੂੰ ਮਿਲੇ ਨੇ ਉਸ 7 ਮੈਂਬਰੀ ਕਮੇਟੀ 'ਚੋਂ, ਉਹਨਾਂ ਦੀ ਬਚਨ ਵੀ ਤੁਹਾਡੇ ਵੀ ਬਚਨ ਆ ਗਏ ਸੀਗੇ ਕਿ ਅਸੀਂ ਵੀ ਕਾਇਮ ਆ, ਗੋਲੀ ਤੋਂ ਪਿੱਛੇ ਨਹੀਂ ਹਟਦੇ। ਇੱਥੋਂ ਤੱਕ ਕਿ ਸਾਨੂੰ ਵੀਰ ਮਨਜੀਤ ਸਿੰਘ ਜੀ ਉੱਥੇ ਮਿਲੇ ਸੀਗੇ, ਅਤੇ ਉਹਨਾਂ ਭਾਈ ਮਨਜੀਤ ਸਿੰਘ ਹੋਣਾ ਦੱਸਿਆ ਕਿ ਅਸੀਂ, ਤੇ ਇੱਕ ਫੌਜੀ ਨੇ ਵੀ ਕਹਿ ਦਿੱਤਾ ਕਿ ਉਹਨੇ ਵੀ ਬੰਦੂਕ ਸਾਫ਼ ਕਰਕੇ ਤੇ ਗੋਲੀਆਂ ਜਿਹੜੀਆਂ ਨੇ ਤੈਂ ਬੀੜ ਕੇ ਰੱਖੀਆਂ ਨੇ। ਉਹ ਕਹਿੰਦਾ ਵੀ ਜੇ ਯਾਰ ਕਿ ਤੁਸੀਂ ਨੱਸੇ ਨਾ ਤੇ ਵੇਖਿਓ ਫਿਰ ਮੈਂ ਕਰਦਾ ਕੀ ਹੈ। ਨਹੀਂ, ਫੌਜੀ ਦੀ ਬੰਦੂਕ ਸਾਫ਼ ਕੀਤੀ ਰਹਿ ਜਾਣੀ, ਉਹਨੂੰ ਚਲਾਉਣੀ ਕਿਤੇ ਹੋਰ ਪੈਣੀ ਹੈ। ਇਹ ਮੋਰਚਾ ਮਹਾਰਾਜ ਨੇ ਫਤਿਹ ਕਰ ਦੇਣਾ।
ਹਾਂ। ਸੋ ਆਖਰੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਹ ਗੱਲ ਜ਼ਰੂਰ ਤੁਸੀਂ ਦੱਸ ਦਿਓ, ਸੰਗਤ ਨੂੰ ਦੱਸੋ ਜੀ, ਦਰਸ਼ਕਾਂ ਨੂੰ ਨਹੀਂ, ਸੰਗਤ ਨੂੰ, ਇਸ ਮੋਰਚੇ ਦੀ ਹੁਣ ਇਸ 24 ਦਿਨ ਹੋਏ ਨੇ ਅੱਜ ਮੋਰਚੇ ਨੂੰ, 24 ਦਿਨਾਂ ਦੇ ਵਿੱਚ ਪ੍ਰਾਪਤੀ, 24 ਦਿਨਾਂ ਦੇ ਵਿੱਚ ਦਬਾਅ ਕਿਹੋ ਜਿਹਾ ਬਣਿਆ, ਇਹਨਾਂ 24 ਦਿਨਾਂ ਦੇ ਵਿੱਚ ਉਤਰਾ ਚੜ੍ਹਾ ਕੀ ਹੋਏ, ਨਿਚੋੜ ਕੀ 24 ਦਿਨਾਂ ਦਾ? ਦਬਾਅ ਬਹੁਤ ਬਣਿਆ ਹੋਇਆ, ਬਾਦਲਾਂ ਨੂੰ ਸਵਾਦ ਨਹੀਂ ਲੱਗਦਾ ਕੁਛ ਵੀ, ਖਾਣਾ ਪੀਣਾ ਸਾਰਾ, ਬਹਿਣਾ ਸੌਣਾ, ਤੋੜ ਨਹੀਂ ਲੱਭ ਰਿਹਾ। ਕਈ ਵਾਰ ਆਪਾਂ ਕੋਈ ਪੋਇਜ਼ਨ ਇਹਦੀ ਵੀ ਕੋਈ ਐਮਰਜੈਂਸੀ ਵਾਲੀ ਦਵਾਈ ਲੱਭੀ ਤੁਸੀਂ? ਬਿਲਕੁਲ ਗੁਰੂ ਦੇ ਕੋਲ ਅੱਜ ਦਾ ਹੁਕਮਨਾਮਾ ਸੁਣ ਲਿਓ, ਬਸ ਸੁਣਾ ਦਿਓ ਸੰਗਤ ਨੂੰ ਅੱਜ ਦਾ ਹੁਕਮਨਾਮਾ ਜਿਹੜਾ ਹੈਗਾ ਗੁਰੂ ਨੇ ਅੱਜ ਦਿੱਤਾ ਹੁਕਮ। ਠੀਕ ਹੈ। ਸਤਿਗੁਰ ਤੇ ਜੋ ਮੂੰਹ ਫਿਰੇ, ਬਸ। ਜੀ ਜੀ। ਤੇ ਇਹ ਪ੍ਰਾਪਤੀਆਂ ਆਪਾਂ 24 ਦਿਨਾਂ ਦੀ ਕਹੀਏ ਵੀ ਇਹ ਤੇ ਹੋ ਗਈਆਂ ਵੀ ਬਹੁਤ ਕੁਝ ਦਬਾਅ ਬਣ ਗਿਆ, ਸਾਰਾ ਕੁਝ ਹੋ ਗਿਆ, ਉਤਰਾ ਚੜਾ ਇਹਦੇ ਵਿੱਚ 7 ਮੈਂਬਰੀ ਕਮੇਟੀ, 11 ਮੈਂਬਰੀ ਕਮੇਟੀ ਤੇ ਸੰਗਤ ਦੇ ਵਿੱਚ ਤਾਲਮੇਲ, ਉਤਰਾ ਚੜਾ 'ਚ ਕੀ ਕਮੀ ਲੱਗ ਰਹੀ? ਦੇਖੋ ਜੀ, ਜਦੋਂ ਲੜਾਈ ਲੜਦੇ ਆ ਨਾ, ਲੜਾਈ ਲੜਨ ਵਿੱਚ ਕਈ ਤਰ੍ਹਾਂ ਦੇ ਫੈਸਲੇ ਜਿਹੜੇ ਆ ਉਹ ਜਲਦਬਾਜ਼ੀ 'ਚ ਵੀ ਲੈਣੇ ਪੈਂਦੇ ਆ, ਕਈ ਤਰ੍ਹਾਂ ਦੇ ਫੈਸਲੇ ਗਲਤ ਵੀ ਹੋ ਜਾਂਦੇ ਆ। ਜਿੱਦਾਂ ਹੁਣ ਸਾਡੇ ਕੁਝ ਵੀਰਾਂ ਦਾ ਅਕਾਲ ਤਖਤ ਸਾਹਿਬ 'ਤੇ ਜਾਣਾ, ਉਹ ਫੈਸਲਾ ਗਲਤ ਆ, ਮਾਰਚ ਲੈ ਕੇ ਤੁਰੇ ਫਿਰਨਾ ਉੱਥੇ ਅਕਾਲ ਤਖਤ ਸਾਹਿਬ 'ਤੇ। ਅਕਾਲ ਤਖਤ ਸਾਹਿਬ ਜਾਓ, ਨਤਮਸਤਕ ਹੋਵੋ, ਪਰੰਤੂ ਜਥੇਦਾਰ ਨੂੰ ਕੋਈ ਮੰਗ ਪੱਤਰ ਲੈ ਕੇ ਨਾ ਜਾਵੋ। ਜਿਹੜਾ ਵੀ ਕੋਈ ਮੇਰਾ ਵੀਰ ਜਾ ਰਿਹਾ ਉਹ ਭੁੱਲੜਿਆ, ਜੇ ਜਥੇਦਾਰ 'ਚ ਇੰਨੀ ਜ਼ਰੂਰਤ ਹੁੰਦੀ ਤੇ ਉਹ ਕੀ ਕਰਨਾ ਦਿੰਦਾ ਹੁਣ ਤੱਕ? ਐਵੇਂ ਆ ਜਾਣ ਕੇ ਐਵੇਂ ਫਿਰ ਉਹ ਲੀਰਾਂ ਦੀ ਖਿੱਦੋ ਨੂੰ ਵੱਡੀ ਕਰਦੇ ਆ। ਬਰਗਾੜੀ 6 ਮਹੀਨੇ ਬਾਅਦ ਖੱਖੜੀਆਂ ਹੋ ਗਿਆ ਸੀ, 6 ਮਹੀਨੇ ਲੱਗ ਗਏ ਸੀ। ਅਸੀਂ ਮੰਨਦੇ ਹਾਂ ਕਿ ਨਾ ਤਾਂ ਇੱਥੇ ਪਾਟੋ ਧਾੜਾ, ਨਾ ਖੱਖੜੀਆਂ ਹੋਣਾ, ਨਾ ਹੀ ਇਸੇ ਤਰ੍ਹਾਂ ਦੀ ਕੋਈ ਪਾੜ ਪਿਆ, ਮੰਨ ਲਿਆ। ਪਰ ਇਹ ਮੋਰਚਾ ਵਾਕਿਆ ਹੀ 6 ਮਹੀਨੇ ਜਾਂ ਸਾਲ ਚੱਲੂਗਾ ਕਿ ਜਾਂ ਛੇਤੀ ਨਤੀਜੇ ਆ ਸਕਦੇ? ਦੇਖੋ, ਇਹ ਹੈਗਾ ਗੁਰੂ ਦੇ ਅਨੁਸਾਰੀ ਗੱਲ। ਗੁਰੂ ਚਾਹੇ ਤੇ ਸ਼ਾਮ ਤੱਕ ਵੀ ਫਤਿਹ ਦੇ ਦੇਵੇ। ਜੇ ਸਾਡੀ ਨੀਅਤ ਗੁਰੂ ਅਨੁਸਾਰੀ, ਅਸੀਂ ਗੁਰੂ ਦੇ ਬਣ ਗਏ ਜਨ, ਤੇ ਜੇ ਜਨ ਬਣ ਗਏ ਫਿਰ ਹੋਰ ਕੁਝ ਹੋ ਜਾਣਾ। ਅਸੀਂ ਜਨ ਬਣ ਗਏ ਗੁਰੂ ਦੇ, ਤੇ ਗੁਰੂ ਨੇ ਭਾਵੇਂ ਸਵੇਰੇ ਕਰ ਦੇਵੇ। ਨੀਅਤ, ਨੀਤੀ ਤੇ ਗਲਤੀ, ਆਪਾਂ ਇਹਨਾਂ ਤੋਂ ਕੀ ਸਿੱਖਿਆ ਜੀ? ਆਪਾਂ ਇਹ ਸਿੱਖਿਆ ਕਿ ਮਨ ਗੁਰ ਕੇ ਭਾਣੇ ਚੱਲ, ਗੁਰੂ ਦੇ ਭਾਣੇ ਚੱਲੀਏ। ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ, ਸਾਡੇ ਡਰਮ 'ਚੋਂ ਦਾਣੇ ਮੁੱਕ ਗਏ, ਘਰ ਹੈ ਨਹੀਂ ਹੁਣ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਦੇ ਦਾਣੇ ਚੱਲਦੇ ਆ। ਨਾ ਸਾਡਾ ਕੋਈ ਵਿਚਾਰ ਆ, ਨਾ ਸਾਡਾ ਕੋਈ ਆਪਣਾ ਔਕਾਤ ਆ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਇਹ ਤਾਂ ਹੁਣ ਜੋ ਕਰੂਗਾ ਬਾਪੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਕਰਨਗੇ। ਸਾਡੇ ਕਰਨ ਦੀ ਗੱਲ ਨਹੀਂ ਹੈਗੀ। ਭਾਈ ਖੋਸਾ ਜੀ, ਹਰੇਕ ਮੋਰਚੇ ਦੇ ਵਿੱਚ ਕੋਈ ਵੀ ਵੱਡੇ ਤੋਂ ਵੱਡਾ ਮੋਰਚਾ ਲੱਗਾ, ਉਹਦੇ ਵਿੱਚ ਕਈ ਵਾਰੀ ਕੋਈ ਐਸਾ ਚਿਹਰਾ ਹੁੰਦਾ ਤਾਂ ਸਾਡੇ ਅੰਗ ਸੰਗ ਪਰਛਾਵੇਂ ਵਾਂਗੂ ਸਾਡੇ ਨਾਲ ਹੈ, ਪਰ ਹੁੰਦਾ ਕਿਸੇ ਹੋਰ ਦਾ, ਫਿੱਟ ਕਿਸੇ ਹੋਰ ਦਾ ਕੀਤਾ ਹੁੰਦਾ ਪਹਿਲੇ ਦਿਨ ਤੋਂ ਵੀ ਨਾਲ ਹੈ, ਹੁੰਦਾ ਉਸ ਤੋਂ ਵੀ ਪਹਿਲਾਂ ਤੋਂ ਸਾਡੇ ਨਾਲ ਹੈ। ਕੁਝ ਇੱਦਾਂ ਦਾ ਬੰਦਾ ਪਛਾਣਿਆ ਗਿਆ ਕਿ ਨਹੀਂ ਅਜੇ ਤੱਕ? ਲੱਗਿਆ ਨਹੀਂ ਕੋਈ ਹਜੇ, ਨਹੀਂ ਪਛਾਣਿਆ ਤੇ ਗਿਆ ਵਾ, ਨਹੀਂ ਤੇ ਭਾਈ ਖੋਸਾ ਤਾਲਾ ਨਾ ਲਾਉਂਦਾ। ਚਲੋ ਕੋਈ ਨਹੀਂ, ਫਿਰ ਵਕਤ ਆਉਣ ਦਿਓ। ਵਕਤ ਨੇ ਕਦੇ ਕਿਸੇ ਨੂੰ ਮਾਫ ਨਹੀਂ ਕੀਤਾ। ਸਬੂਤ ਦੀ ਲੋੜ ਆ ਖਾਲੀ ਹੁਣ, ਕਿ ਜਾਂ ਸਬੂਤ ਵੀ ਹੈਗਾ? ਪਰਮਾਤਮਾ ਕਰੂਗਾ, ਮੂੰਹ ਕਾਲੇ ਤੇ ਨਾ ਨਿੰਦਕਾਂ, ਬਸ। ਸੋ ਇਹ ਸਨ ਭਾਈ ਸੁਖਜੀਤ ਸਿੰਘ ਖੋਸਾ ਜੀ ਸਾਡੇ ਨਾਲ, ਜਿਨ੍ਹਾਂ ਦਾ ਇਹ ਕਹਿਣਾ ਹੈਗਾ ਕਿ ਨੀਅਤ, ਨੀਤੀ ਔਰ ਗਲਤੀ, ਇਹਨਾਂ ਤੋਂ ਜਿਹੜਾ ਹੈ ਬਹੁਤ ਕੁਝ ਇਸ ਮੋਰਚੇ ਦੇ ਵਿੱਚ ਪ੍ਰਾਪਤੀਆਂ ਹੋਈਆਂ ਨੇ। ਨੀਤੀ ਦੇ ਵਿੱਚ ਵੀ ਸੁਧਾਰ ਹੋ ਰਿਹਾ ਹੈ, ਜਿਨ੍ਹਾਂ ਦੀਆਂ ਨੀਤਾਂ ਥੋੜ੍ਹੀਆਂ ਖਰਾਬ ਨੇ ਉਹਨਾਂ ਨੂੰ ਵੀ ਐਮਰਜੈਂਸੀ ਦੇ ਵਿੱਚ ਕਹਿੰਦੇ ਨੇ ਕੁਝ ਇਲਾਜ ਉਹਨਾਂ ਦੇ ਵੀ ਕੀਤੇ ਚੱਲ ਰਹੇ ਨੇ, ਨੀਤਾਂ ਵੀ ਠੀਕ ਹੋ ਜਾਣਗੀਆਂ। ਔਰ ਰਹੀ ਗੱਲ ਗਲਤੀਆਂ ਦੀ, ਤਾਂ ਜਦੋਂ ਕੰਮ ਕਰਾਂਗੇ ਤਾਂ ਕਿਤੇ ਨਾ ਕਿਤੇ ਕੋਈ ਗਲਤੀ ਹੋ ਵੀ ਸਕਦੀ ਹੈ, ਗਲਤੀਆਂ ਵੀ ਸੁਧਾਰੀਆਂ ਜਾਣਗੀਆਂ। ਔਰ ਮੋਰਚਾ ਜਿਹੜਾ ਗੁਰੂ ਮਹਾਰਾਜ ਕਹਿੰਦੇ ਨੇ ਆਪ ਸਫਲ ਕਰਨਗੇ, ਕਿਉਂਕਿ ਇਹ ਜੋ ਮੋਰਚਾ ਹੈ ਗੁਰੂ ਮਹਾਰਾਜ ਦਾ ਲਗਾਇਆ, ਉਹਨਾਂ ਦੇ ਸਿੱਖਾਂ ਨੇ ਹੈ, ਔਰ ਗੁਰੂ ਮਹਾਰਾਜ ਸੰਗਤ 'ਚ ਵਸਦੇ ਨੇ, ਔਰ ਸੰਗਤ ਉੱਥੇ ਮੋਰਚਾ ਲਗਾ ਕੇ ਬੈਠੀ ਹੈ। ਸੋ ਭਾਈ ਸੁਖਜੀਤ ਸਿੰਘ ਖੋਸਾ ਜੀ, ਅਸੀਂ ਚਾਹਾਂਗੇ ਕਿ ਜੋ ਵੀ ਅਖਬਾਰਾਂ 'ਚ ਆਇਆ, ਜੋ ਵੀ ਇਸ ਵੇਲੇ ਸੁਰਖੀਆਂ ਬਣਿਆ ਹੋਇਆ, ਜੋ ਵੀ ਇਸ ਮੋਰਚੇ ਨੂੰ ਲੈ ਕੇ ਕੋਈ ਟਿੱਪਣੀ ਆ ਰਹੀ ਹੈ ਜਿਹਦੇ ਨਾਲ ਸੰਗਤ ਦੇ ਮਨਾਂ ਦੇ ਵਿੱਚ ਕੋਈ ਦੁਵਿਧਾ ਪੈਦਾ ਹੋ ਰਹੀ ਹੈ, ਆਖਰੀ ਦੇ ਵਿੱਚ ਤੁਸੀਂ ਉਹ ਦੁਵਿਧਾ ਨੂੰ ਦੂਰ ਕਰਕੇ ਤੇ ਫਤਿਹ ਬੁਲਾ ਦਿਓ। ਦੇਖੋ ਜੀ, ਇਹ ਛੋਟੀ ਗੱਲ ਆਈ ਹੈ, ਹਜੇ ਹੋ ਸਕਦਾ ਮੇਰੀਆਂ ਫੋਟੋਆਂ ਵੀ ਜਨਤਕ ਹੋਣ। ਸੰਗਤ ਵਿੱਚ ਵਿਚਰਦਿਆਂ ਕਿਸੇ ਬੀਬੀ ਭੈਣ ਨੂੰ ਇਸ਼ਾਰਾ ਕਰਦਿਆਂ ਵੀ ਰੁਕੋ ਭਾਈ, ਦਰਬਾਰ ਸਾਹਿਬ ਜਾਣਾ, ਮੈਂ ਅਕਸਰ ਸੇਵਾ ਕਰਨ ਲੱਗ ਪੈਂਦਾ ਜਾ ਕੇ। ਮੈਂ ਆਗੂ ਬਣ ਕੇ ਨਹੀਂ ਬਹਿੰਦਾ, ਮੈਂ ਜਦੋਂ ਦੇਖਦਾ ਕਿ ਉੱਥੇ ਮੱਥਾ ਹੀ ਨਹੀਂ ਟੇਕਣ ਦਿੱਤਾ ਜਾ ਰਿਹਾ ਵਧੀਆ ਤਰੀਕੇ ਨਾਲ, ਮੈਂ ਇਸ਼ਾਰਾ ਕਰ ਦਿੰਦਾ ਕਿ ਭੈਣਾਂ ਰੁਕ ਜਾ, ਨਾ ਆਰਾਮ ਨਾਲ। ਹੋ ਸਕਦਾ ਉਹ ਵੀ ਆ ਜਾਣ,
ਮੇਰੇ ਸੈੱਲ 1,60,000 ਸੀ। ਇੱਕ ਦਿਨ ਮੈਨੂੰ ਵੀਰ ਲੈ ਕੇ ਗਿਆ ਸੀ, ਮੈਨੂੰ ਬਾਹੋਂ ਫੜਿਆ ਹੋਇਆ ਸੀ, ਕਮਜ਼ੋਰ ਸੀ, ਤੁਰਿਆ ਨਹੀਂ ਜਾਂਦਾ। ਹੋ ਸਕਦਾ ਅਕਾਲ ਤਖਤ ਸਾਹਿਬ ਵਾਲੇ ਉਹ ਵੀਡੀਓ ਵੀ ਜਾਰੀ ਕਰਨ ਕਿ ਇਹਨੇ ਨਸ਼ਾ ਕੀਤਾ ਹੋਇਆ। ਹਜੇ ਤਾਂ ਛੋਟੀ ਗੱਲ ਆ, ਵੱਡੀਆਂ ਗੱਲਾਂ ਆਉਣਗੀਆਂ ਹਜੇ ਜੀ ਪਰੰਤੂ ਗੁਰੂ ਕਾ ਸਿੱਖ ਹੈ, ਵਿਸ਼ਵਾਸ ਰੱਖਿਓ। ਜੀ ਮੈਂ ਇਹੀ ਅਰਦਾਸ ਕਰਦਾ ਵਾਂ ਕਿ ਹੱਥ ਸਿਰ 'ਤੇ ਰੱਖਿਓ ਜੀ ਜਦੋਂ ਮੈਂ ਡੋਲਾਂ ਬਸ। ਇਹ ਜਿਹੜੀਆਂ ਛੋਟੀਆਂ ਛੁਰਲੀਆਂ ਪਟਾਕੇ ਆ ਨਾ, ਇਹ ਥੋੜ੍ਹੇ ਦਿਨ ਹੀ ਚੱਲਣੇ ਆ। ਜੀ ਦੀਵਾਲੀ ਵਾਲੇ ਦਿਨ ਇਹਨਾਂ ਕੋਈ ਸਮਾਨ ਨਹੀਂ ਹੋਣਾ। ਜੀ ਬਿਲਕੁਲ। ਉਸ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਹੀ ਦੀਵਾਲੀ ਮੰਨਣੀ ਹੈ। ਕਿਉਂ? ਜਿੱਦਣ ਖਰੇ ਖਜ਼ਾਨੇ ਪਾਈਏ, ਖੋਟੇ ਸੁੱਟੀਏ ਬਾਰ-ਬਾਰ। ਜਿੱਦਣ ਗੁਰੂ ਨੇ ਖੋਟੇ ਬਾਰ-ਬਾਰ ਸਿੱਟੇ, ਫਿਰ ਦੀਵਾਲੀ ਦੇ ਪਟਾਕੇ ਗੁਰੂ ਕੇ ਸਿੱਖ ਹੀ ਚਲਾਉਣਗੇ। ਇਹ ਛੁਰਲੀਆਂ ਵਾਲੇ ਘਰੇ ਚਲ ਜਾਣਗੇ। ਇਹਦੇ ਨਾਲ ਅਸੀਂ ਭਾਈ ਸੁਖਜੀਤ ਸਿੰਘ ਖੋਸਾ ਜੀ ਕੋਲ ਲੈਣੀ ਇਜਾਜ਼ਤ, ਔਰ ਬਹੁਤ ਹੀ ਜਲਦ ਮੋਰਚੇ ਦੀਆਂ ਖੁਸ਼ਖਬਰੀਆਂ ਜਿਹੜੀ ਸੰਗਤਾਂ ਤੱਕ ਜ਼ਰੂਰ ਪਹੁੰਚਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।